गुरु ग्रंथ साहिब जीओ महाराज। चेतना है तो चित ले, निस दिन में प्राणी। छिन छिन औद बेहात है, फूटे कट जाऊं पानी। जिमें फुटड़े कड़े दा पानी, औद तेरी जावे बीत दी। फुटड़े कड़े दा बंदिया पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। फुटड़े कड़े दा बंदिया पानी, औद तेरी जावे बीत दी। फुटड़े कड़े दा बंदिया पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। जिमें फुटड़े कड़े दा पानी, औद तेरी जावे बीत दी। छिन छिन औद बेहात है, छिन छिन औद देहात है। छिन छिन औद देहात है, छिन छिन औद देहात है। छिन छिन औद फूटे कट जाऊं पानी, औद तेरी जावे बीत दी। फुटड़े कड़े दा पानी, औद तेरी जावे बीत दी। कड़े दा पानी, औद तेरी जावे बीत दी। जिमें फुटड़े कड़े दा
ਜਾਵੇ ਬੀਤਦੀ। ਟੁੱਟੜੇ ਕੜੇ ਦਾ ਪਾਣੀ ਆਉਦ ਆ ਤੇਰੀ ਜਾਵੇ ਬੀਤਦੀ। ਜਿਵੇਂ ਫੁੱਟੜੇ ਕੜੇ ਦਾ ਪਾਣੀ ਆਉਦ ਤੇਰੀ ਜਾਵੇ ਬੀਤਦੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਹਰ ਗੁਣ ਕਾਹੇ ਨ ਗਾਵੇ ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਅੱਜ ਆਪਾਂ ਜੋ ਕਿ ਪਿਛਲੇ ਸਾਲ ਆਪਣੇ ਪਰਿਵਾਰ ਅਤੇ ਸੰਬੰਧੀਆਂ ਨੂੰ ਉਹ ਵਿਛੋੜਾ ਜਿਹੜਾ ਮੁੜ ਕੇ ਜੀਵ ਦਾ ਕਦੇ ਮਿਲਾਪ ਨਹੀਂ ਹੁੰਦਾ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਮਾਤਾ ਕਰਨੈਲ ਕੌਰ ਜੀ ਸਦੀਵੀ ਵਿਛੋੜਾ ਦੇ ਗਏ ਸਨ। ਆਓ ਉਹਨਾਂ ਦੀ ਨਿੱਘੀ ਅਤੇ ਪਿਆਰੀ ਯਾਦ ਨੂੰ ਪਰਿਵਾਰ ਵੱਲੋਂ ਤਾਜ਼ਾ ਕਰਦੇ, ਉਹਨਾਂ ਦੇ ਸਪੁੱਤਰਾਂ ਵੱਲੋਂ ਅਥਵਾ ਸਾਰੇ ਪਰਿਵਾਰ ਅਤੇ ਸੰਬੰਧੀਆਂ ਵੱਲੋਂ ਰੱਬੀ ਬਾਣੀ ਧੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਰੱਬੀ ਬਾਣੀ ਦੇ ਇਲਾਹੀ ਜਾਪ ਆਪ ਜੀ ਸਰਵਣ ਕਰ ਰਹੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ। ਆਓ ਕੁਝ ਸਮਾਂ ਤਕਰੀਬਨ ਆਪਾਂ 12 ਵਜੇ ਸਮਾਪਤੀ ਕਰਨੀ। ਥੋੜ੍ਹੇ ਸਮੇਂ ਦਾ ਬਹੁਤਾ ਲਾਹਾ ਲੈਣਾ ਆਪਾਂ ਸਾਰਿਆਂ ਨੇ। ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਗੁਰੂ ਦਾ ਦਰਬਾਰ, ਗੁਰੂ ਦਾ ਘਰ ਇੱਕ ਸਿੱਖਿਆ ਦਾ ਕੇਂਦਰ ਹੈ। ਗੁਰੂ ਦਾ ਦਰਬਾਰ ਉਹ ਪੁਰਾਤਨ ਧਰਮਸ਼ਾਲਾ ਹੈ ਜਿਹੜੀਆਂ ਧਰਮਸ਼ਾਲਾਵਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਗੁਰੂ ਸਾਹਿਬਾਨਾਂ ਨੇ ਪ੍ਰਚਾਰ ਦੇ ਲਈ ਕੇਂਦਰ ਬਿੰਦੂ ਬਣਾਏ, ਧਰਮਸ਼ਾਲਾਵਾਂ ਬਣਾਈਆਂ। ਉਹ ਹੌਲੀ ਹੌਲੀ ਉਹ ਧਰਮਸ਼ਾਲਾਵਾਂ ਜਿਹੜੀਆਂ ਸਨ ਉਹ ਗੁਰਦੁਆਰਿਆਂ ਦੇ ਵਿੱਚ ਤਬਦੀਲ ਹੋ ਗਈਆਂ। ਪੁਰਾਤਨ ਸਮੇਂ ਦੇ ਵਿੱਚ ਬਜ਼ੁਰਗ ਇਕੱਠੇ ਹੁੰਦੇ ਸਨ, ਰੱਬ ਦੇ ਘਰ ਦੀਆਂ ਵਿਚਾਰਾਂ ਹੁੰਦੀਆਂ ਅਤੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਂਦੇ ਸਨ। ਪਿਆਰ ਸੀ ਪੁਰਾਣੇ ਸਮਿਆਂ ਦੇ ਵਿੱਚ। ਹੁਣ ਪਿਆਰ ਵੀ ਘਟਦਾ ਜਾਂਦਾ ਹੈ ਤੇ ਉਹ ਸੱਥਾਂ ਜਿਹੜੀਆਂ ਪੁਰਾਣੀਆਂ ਸੱਥਾਂ ਹੁੰਦੀਆਂ ਸਨ ਉਹ ਵੀ ਖਤਮ ਹੁੰਦੀਆਂ ਜਾਂਦੀਆਂ, ਤਕਰੀਬਨ ਖਤਮ ਹੀ ਹੋ ਗਈਆਂ ਹਨ। ਨਾ ਉਹ ਸੱਥਾਂ ਰਹੀਆਂ, ਨਾ ਉਹ ਪਿਆਰ ਰਿਹਾ। ਰੁਝੇਵਿਆਂ ਦੇ ਵਿੱਚ ਆਪਾਂ ਖਚਤ ਹੋ ਗਏ। ਰਹਿੰਦਾ ਖੁੰਦਾ ਸਮਾਂ ਟੈਲੀਫੋਨਾਂ ਨੇ ਖਰਾਬ ਕਰ ਦਿੱਤਾ। ਸਾਨੂੰ ਆਪਸ ਵਿੱਚ ਗੱਲਬਾਤ ਕਰਨ ਦਾ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ, ਆਪਸ ਵਿੱਚ ਮਿਲ ਵਰਤਣ ਕੇ ਬੈਠਣ ਦਾ ਸਮਾਂ ਹੀ ਨਹੀਂ ਮਿਲਦਾ। ਜਦੋਂ ਵੀ ਕਦੇ ਸਮਾਂ ਮਿਲਦਾ ਹੈ ਉਦੋਂ ਆਪਾਂ ਲਾਹਾ ਨਹੀਂ ਲੈਂਦੇ। ਇਸ ਕਰਕੇ ਭਾਈ ਆਓ ਕੁਝ ਸਮਾਂ ਸਤ ਸੰਗਤ ਦਾ ਕਰਨ ਦਾ ਸਾਨੂੰ ਮਿਲਿਆ। ਦੁਨਿਆਵੀ ਰੁਝੇਵੇ ਤਾਂ ਆਪਾਂ ਰੋਜ਼ ਹੀ ਕਰਦੇ ਰਹਿੰਦੇ, ਕੰਮ ਤੇ ਰੋਜ਼ ਹੀ ਕਰਦੇ ਆ, ਕੰਮ ਨਹੀਂ ਮੁੱਕੇ ਕਿਸੇ ਦੇ। ਕੰਮ ਨੂੰ ਮੁਕਾਉਂਦਾ ਮੁਕਾਉਂਦਾ ਮਨੁੱਖ ਆਪ ਮੁੱਕ ਜਾਂਦਾ ਹੈ। ਵੇਖਿਆ ਵੀ ਕਿਸੇ ਦੇ ਕੰਮ ਮੁੱਕੇ ਹੋਣ ਜਾਂ ਕੰਮ ਕਰਕੇ ਕੋਈ ਮਨੁੱਖ ਪੂਰਾ ਹੋ ਗਿਆ ਹੋਵੇ ਵੀ ਮੈਂ ਹੁਣ ਸੰਪੂਰਨ ਹੋ ਗਿਆ ਮੇਰਾ ਜੀਵਨ। ਇਹ ਤੇ ਮਰਨ ਤੋਂ ਬਾਅਦ ਹੀ ਕਿਹਾ ਜਾਂਦਾ ਕਿ ਭਾਈ ਫਲਾਨਾ ਪੂਰਾ ਹੋ ਗਿਆ। ਜਿਉਂਦੇ ਜੀ ਤਾਂ ਮਨੁੱਖ ਪੂਰਾ ਹੀ ਨਹੀਂ ਹੁੰਦਾ।
ਜਿਉਂਦੇ ਜੀ ਤੇ ਘਾਟਾਂ ਹੀ ਘਾਟਾਂ ਨੇ ਮਨੁੱਖ ਦੇ ਵਿੱਚ। ਕਿਸੇ ਦਾ ਮਨ ਚੋਰੀ ਵੱਲ ਜਾਂਦਾ ਹੈ, ਕਿਸੇ ਦਾ ਮਨ ਠੱਗੀ ਵੱਲ ਜਾਂਦਾ ਹੈ, ਕਿਸੇ ਦਾ ਮਨ ਚੁਗਲੀ ਵੱਲ ਜਾਂਦਾ ਹੈ, ਕੋਈ ਈਰਖਾ ਕਰਦਾ ਹੈ, ਕੋਈ ਕਿਸੇ ਨੂੰ ਦੇਖ ਕੇ ਨਹੀਂ ਜਰਦਾ, ਕੋਈ ਚੰਗਾ ਸੁਣਦਾ ਨਹੀਂ, ਮਾੜਾ ਬੋਲਦਾ ਤੇ ਮਾੜਾ ਸੁਣਦਾ ਹੈ। ਇਹ ਸਾਧ ਸੰਗਤ ਘਾਟੇ ਦੀਆਂ ਨਿਸ਼ਾਨੀਆਂ ਹਨ। ਚੰਗਾ ਬੋਲਾਂਗੇ, ਚੰਗਾ ਸੁਣਾਂਗੇ, ਚੰਗੀ ਥਾਂ ਤੇ ਚੱਲ ਕੇ ਜਾਵਾਂਗੇ, ਚੰਗੇ ਔਰ ਭਲੇ ਪੁਰਸ਼ਾਂ ਦੀ ਸੰਗਤ ਕਰਾਂਗੇ, ਇਹਦੇ ਵਿੱਚ ਵਾਧਾ ਹੀ ਵਾਧਾ ਹੈ। ਕਦੇ ਵੇਖਿਆ ਵੀ ਝੂਠ ਬੋਲਣ ਵਾਲੇ ਮਨੁੱਖ ਨੂੰ ਕਦੇ ਸ਼ਰਮਿੰਦਾ ਹੋਣਾ ਪੈਂਦਾ ਹੋਵੇ ਦੁਨੀਆ 'ਚ? ਸ਼ਰਮਿੰਦਾ ਕੌਣ ਹੁੰਦਾ ਹੈ? ਜਿਹੜਾ ਝੂਠ ਬੋਲਦਾ ਹੈ। ਸ਼ਰਮਿੰਦਾ ਕੌਣ ਹੁੰਦਾ ਹੈ? ਜਿਹੜਾ ਚੋਰੀ ਕਰਦਾ ਹੈ। ਸ਼ਰਮਿੰਦਾ ਕੌਣ ਹੁੰਦਾ ਹੈ? ਜਿਹੜਾ ਕਿਸੇ ਨਾਲ ਠੱਗੀ ਮਾਰਦਾ ਹੈ। ਉਹਨਾਂ ਨੂੰ ਸ਼ਰਮਿੰਦੇ ਹੋਣਾ ਪੈਂਦਾ ਨਾ ਦੁਨੀਆ 'ਚ। ਜਿਹੜਾ ਕਦੇ ਝੂਠ ਹੀ ਨਹੀਂ ਬੋਲਦਾ, ਕਦੇ ਠੱਗੀ ਨਹੀਂ ਮਾਰਦਾ, ਕਦੇ ਚੋਰੀ ਨਹੀਂ ਕਰਦਾ, ਉਹਨੂੰ ਕਾਹਦਾ ਡਰ? ਉਹਨੂੰ ਕਿਤੇ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬੇਦਾਗ ਜ਼ਿੰਦਗੀ ਵਾਲਾ ਮਨੁੱਖ ਸਾਧ ਸੰਗਤ ਕਦੇ ਸੰਸਾਰ ਦੇ ਮੂਹਰੇ ਉਹਨੂੰ ਝੁਕਣਾ ਨਹੀਂ ਪੈਂਦਾ। ਤੇ ਸਾਧ ਸੰਗਤ ਜਿਹੜੇ ਅਪਰਾਧ ਕਰਦੇ ਆ, ਅਪਰਾਧੀ ਲੋਕ, ਆਪਾਂ ਵੇਖਦੇ ਹਾਂ ਨਾ ਵੀ ਅਪਰਾਧੀਆਂ ਨੂੰ ਕਿੰਨੀਆਂ ਲਾਹਣਤਾਂ ਪੈਂਦੀਆਂ ਹੁੰਦੀਆਂ। ਅਪਰਾਧੀ ਉਹ ਆ ਜਿਹੜਾ ਮਾੜੇ ਕਰਮ ਕਰਦਾ ਹੈ। ਫਿਰ ਅਪਰਾਧੀ ਨੂੰ ਨਿਭਣਾ ਪੈਂਦਾ, ਥਾਂ ਥਾਂ ਤੇ ਅਗਲੇ ਦੇ ਮੂਹਰੇ ਸਿਰ ਝੁਕਾਉਣਾ ਪੈਂਦਾ। ਜੇ ਆਪਾਂ ਕੋਈ ਅਪਰਾਧ ਕਰ ਦਿੱਤਾ, ਕੌਡੀ ਦਾ ਬੰਦਾ ਨਹੀਂ ਹੁੰਦਾ ਜਿਹੜਾ ਸਾਡੀ ਬੇਇੱਜ਼ਤੀ ਕਰ ਦਿੰਦਾ। ਜੇ ਅਪਰਾਧ ਹੀ ਨਹੀਂ ਕੀਤਾ ਹੋਏਗਾ, ਕਿਸੇ ਦੀ ਕੀ ਮਜਾਲ ਹੈ ਵੀ ਸਾਨੂੰ ਕੋਈ ਬੋਲ ਜਾਵੇ। ਤੇ ਸਾਧ ਸੰਗਤ ਆਓ, ਉਹ ਗੁਰੂ ਨਾਨਕ ਦੇ ਘਰ ਵਿੱਚ ਜੁੜੇ ਆ, ਇੱਥੋਂ ਚੰਗੀ ਸਿੱਖਿਆ ਲੈਣੀ ਆਪਾਂ ਸਾਰਿਆਂ ਨੇ। ਆ ਜ਼ਿੰਦਗੀ ਦਾ ਕੀ ਪਰਿਭਾਸ਼ਾ? ਜੋ ਪਾਣੀ ਵਿੱਚ ਪਤਾਸਾ। ਪਾਣੀ ਵਿੱਚ ਪਿਆ ਪਤਾਸਾ ਸਾਧ ਸੰਗਤ ਖੁਰ ਜਾਂਦਾ ਹੈ, ਪਾਣੀ ਦਾ ਰੂਪ ਹੋ ਜਾਂਦਾ ਹੈ। ਇੱਦਾਂ ਹੀ ਅੱਜ ਸਰੀਰ ਹੈ ਨਾ ਜਿਹੜਾ, ਇਹ ਮਿੱਟੀ ਹੈ, ਮਿੱਟੀ ਦਾ ਹੀ ਰੂਪ ਹੈ। ਇਹ ਉਹਨਾਂ ਚਿਰ ਹੀ ਮੈਂ ਮੇਰੀ ਦੇ ਵਿੱਚ ਆ ਜਿੰਨਾ ਚਿਰ ਇਹਦੇ ਵਿੱਚ ਸਵਾਸ ਨੇ। ਜਦੋਂ ਸਵਾਸ ਖਤਮ ਹੋ ਗਏ ਤੇ ਸਾਧ ਸੰਗਤ ਮੈਂ ਮੇਰੀ ਵੀ ਖਤਮ, ਮੈਂ ਮੇਰੀ ਵੀ ਖਤਮ। ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਹੀ ਮੈਂ ਮੇਰੀ ਹੈ। ਸਵਾਸਾਂ ਕਰਕੇ ਗੁਬਾਰਾ ਭੱਜਿਆ ਫਿਰਦਾ, ਸਰੀਰ ਰੂਪੀ ਗੁਬਾਰਾ। ਆ ਗੁਬਾਰੇ ਛੱਤ ਤੇ ਲੱਗੇ ਹੋਏ ਹੈ, ਇਹ ਉਹਨਾਂ ਚਿਰ ਹੀ ਕਾਇਮ ਨੇ ਜਿੰਨਾ ਚਿਰ ਇਹਨਾਂ ਦੇ ਵਿੱਚ ਹਵਾ ਹੈ। ਜਿਨ੍ਹਾਂ 'ਚੋਂ ਹਵਾ ਨਿਕਲ ਗਈ ਵੇਖ ਲਓ ਕਿੱਦਾਂ ਦਾ ਹੋਏ ਪਏ ਹੈ। ਜਿਹੜੇ ਫੁੱਟ ਗਏ ਉਹ ਖਤਮ ਹੋ ਗਏ। ਜਿਨ੍ਹਾਂ 'ਚੋਂ ਹਵਾ ਨਿਕਲ ਗਈ, ਘਟ ਗਈ ਹਵਾ, ਉਸ ਕਮਜ਼ੋਰ ਨਹੀਂ ਹੋਏ, ਕਮਜ਼ੋਰ ਲੱਗਦੇ ਆ ਨਾ। ਇੱਦਾਂ ਹੀ ਆ ਸਰੀਰ ਹੈ, ਜਿੰਨਾ ਚਿਰ ਤੇ ਜਵਾਨੀ ਵਿੱਚ ਹੈ ਨਾ ਪਿਆਰਿਓ, ਉਹਨਾਂ ਚਿਰ ਤੇ ਉਡਾਰੀਆਂ ਮਾਰਦਾ ਫਿਰਦਾ ਹੈ। ਜਦੋਂ ਸਾਧ ਸੰਗਤ ਜਵਾਨੀ ਘਟਣੀ ਢਲਣੀ ਸ਼ੁਰੂ ਹੋ ਜਾਂਦੀ ਹੈ, ਬੁਢਾਪੇ ਵੱਲ ਨੂੰ ਕਦਮ ਵਧਾਉਂਦਾ ਹੈ, ਫਿਰ ਇਹ ਹਵਾ ਘਟੀ ਵਰਗੇ ਗੁਬਾਰੇ ਵਰਗਾ ਹੋ ਜਾਂਦਾ ਸਰੀਰ ਜਦੋਂ ਬੁਢਾਪੇ ਵਿੱਚ ਪਹੁੰਚਦਾ ਹੈ। ਤਾਈਓ ਤੇ ਕਿਹਾ ਨਾ, ਛਿਨ ਛਿਨ ਔਧ ਬਿਹਾਤ ਹੈ। ਆ ਸਰੀਰ ਇੱਕ ਘੜਾ ਹੈ, ਘੜੇ ਵਿੱਚੋਂ ਆਪਾਂ ਨੂੰ ਪਤਾ ਵੀ ਪਾਣੀ ਛਿਮਦਾ ਹੈ। ਮਿੱਟੀ ਦੇ ਘੜੇ ਵਿੱਚੋਂ ਪਾਣੀ ਛਿਮਦਾ ਹੀ ਹੁੰਦਾ ਹੈ। ਰੋਮ ਹੁੰਦੇ ਆ ਘੜੇ ਦੇ ਵਿੱਚ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਘੜੇ ਦੇ ਵਿੱਚੋਂ ਪਾਣੀ ਸਿਮਦਾ ਹੈ, ਇੱਦਾਂ ਹੀ ਆ ਸਰੀਰ ਰੂਪੀ ਘੜੇ ਦੇ ਵਿੱਚੋਂ ਸਵਾਸਾਂ ਰੂਪੀ ਪਾਣੀ ਜਿਹੜਾ ਹੈ ਉਹ ਆ ਸਰੀਰ ਰੂਪੀ ਘੜੇ ਦੇ ਵਿੱਚੋਂ ਸਿਮਦਾ ਜਾਂਦਾ ਹੈ। ਇੱਕ ਦਿਨ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ, ਬਾਣੀ ਕਹਿੰਦੀ ਹੈ ਉਹ ਮੂਰਖਾ ਅਗਿਆਨੀਆਂ, ਉਸ ਪਰਮਾਤਮਾ ਦੇ ਗੁਣਾਂ ਨੂੰ ਤੇ ਕਦੇ ਗੌਣਾ ਹੀ ਨਹੀਂ ਕੀਤਾ। ਝੂਠੇ ਲਾਲਚ ਲੱਗ ਕੇ
ਨਾਹੀਂ ਮਰਨ ਪਛਾਨਾ। ਮਰਨੇ ਨੂੰ ਤੇ ਭੁੱਲੇ ਹੀ ਬੈਠਾ ਹੈ। ਝੂਠੇ ਲਾਲਚਾਂ ਨੇ ਤੈਨੂੰ ਇਸ ਚੱਕਰ ਵਿੱਚ ਪਾਇਆ ਹੋਇਆ ਹੈ। ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। 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 ਲੱਗ ਕੇ ਬੰਦਾ, ਝੂਠੇ ਲਾਲਚ ਲੱਗ ਕੇ ਬੰਦਾ। 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 ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। ਨਹੀਂਓ ਮਰਨ ਪਛਾਣਦਾ, ਲੱਗ ਕੇ ਬੰਦਾ। ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। ਨਹੀਂਓ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ। ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਬੰਦਾ ਮਰਨਾ ਭੁੱਲ ਜਾਂਦਾ ਹੈ। ਆਹ ਵੀ ਕਮਾ ਲਵਾਂ, ਆਹ ਵੀ ਕਮਾ ਲਵਾਂ, ਇੱਧਰੋਂ ਵੀ ਮਾਇਆ ਇਕੱਠੀ ਹੋ ਜਾਏ। ਏਦਾਂ ਹੀ ਮਨੁੱਖ ਜ਼ਿੰਦਗੀ ਵਿੱਚ ਉਲਝਿਆ ਰਹਿੰਦਾ ਹੈ ਤੇ ਸਾਰੀ ਜ਼ਿੰਦਗੀ ਅਧੂਰਾ ਰਹਿੰਦਾ ਹੈ। ਪੂਰਾ ਕਦੋਂ ਹੁੰਦਾ ਹੈ? ਜਦੋਂ ਸਵਾਸ ਖਤਮ ਹੋ ਜਾਂਦੇ। ਸਾਰੀ ਜ਼ਿੰਦਗੀ ਮਨੁੱਖ ਭੱਜਿਆ ਦੌੜਿਆ ਰਹਿੰਦਾ ਹੈ। ਜਦ ਪੂਰਾ ਹੋਣ ਦੀ ਸਾਧ ਸੰਗਤ ਰੁੱਤ ਆਉਂਦੀ ਹੈ, ਸਮਾਂ ਮਿਲਦਾ ਹੈ, ਉਦੋਂ ਫਿਰ ਆਪ ਨਹੀਂ ਵੇਖਦਾ, ਫਿਰ ਤੇ ਦੂਸਰੇ ਹੀ ਕਹਿੰਦੀ ਆ ਵੀ ਭਾਈ ਹੁਣ ਪੂਰਾ ਹੋ ਗਿਆ। ਇਸ ਕਰਕੇ ਆ ਜ਼ਿੰਦਗੀ ਮਿਲੀ ਹੈ ਪਿਆਰਿਓ, ਪ੍ਰਮਾਤਮਾ ਦਾ ਨਾਮ ਜਪ ਲਈਏ ਜਿੰਨਾ ਜਪਿਆ ਜਾਂਦਾ। ਭਲੇ ਦੇ ਕਰਮ ਕਰ ਲਈਏ, ਜ਼ਿੰਦਗੀ ਵਿੱਚ ਕੰਮ ਆਉਣਗੇ। ਜਿੰਨੇ ਭਲੇ ਦੇ ਕੰਮ ਕਰ ਲਵਾਂਗੇ ਓਨਾ ਹੀ ਥੋੜ੍ਹਾ ਹੈ, ਓਨਾ ਹੀ ਥੋੜ੍ਹਾ ਹੈ। ਕਦੇ ਵੀ ਕਿਸੇ ਪ੍ਰਤੀ ਮਾੜਾ ਨਾ ਸੋਚੀਏ, ਕਦੇ ਕਿਸੇ ਪ੍ਰਤੀ ਮਾੜਾ ਸੋਚਣਾ ਤੇ ਕਰਨਾ ਤੇ ਵੱਖਰਾ, ਮਾੜਾ ਸੋਚੀਏ ਵੀ ਨਾ। ਕਹਿੰਦੇ ਭਲੇ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ। ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਣੀ ਚਾਹੀਦੀ ਹੈ ਆਪਾਂ ਨੂੰ ਵੀ ਮਾੜੇ ਕਰਮਾਂ ਤੋਂ ਗੁਰੇਜ਼ ਕਰਨਾ ਹੈ, ਮਾੜਾ ਸੰਗ ਨਹੀਂ ਕਿਸੇ ਦਾ ਕਰਨਾ। ਬੇਰੀ ਦੇ ਕੰਡਿਆਂ ਨੇ ਕੀਤਾ ਸੀ ਨਾ ਲੀਰੋ ਲੀਰ ਕੇਲੇ ਦੇ ਪੱਤਿਆਂ ਨੂੰ। ਕੇਲੇ ਦੇ ਪੱਤੇ ਬੜੇ ਸੋਹਣੇ, ਪਰ ਸੰਗ ਹੋ ਗਿਆ ਬੇਰੀ ਦਾ। ਬੇਰੀ ਦੇ ਨਿੱਕੇ ਨਿੱਕੇ ਕੰਡਿਆਂ ਨੇ, ਕਹਿੰਦੇ ਉਹ ਹਰਿਆ ਭਰਿਆ ਸੀ ਕੇਲਾ,
ਜਿਉਂ-ਜਿਉਂ ਹਵਾ ਆਉਂਦੀ ਹੈ ਝੂਲਦਾ, ਉਹ ਪੱਤੇ ਕੰਡਿਆਂ ਵਿੱਚ ਫਸਦੇ ਹੈ, ਕੰਡੇ ਵੱਜ ਕੇ ਪੱਤੇ ਜਿਹੜੇ ਨੇ ਕਹਿੰਦੇ ਲੀਰੋ ਲੀਰ ਹੋ ਜਾਂਦੇ। ਇੱਦਾਂ ਹੀ ਮਾੜਾ ਸੰਗ ਹੈ, ਮਾੜਾ ਸੰਗ ਬੰਦੇ ਦਾ ਜੀਵਨ ਲੀਰੋ ਲੀਰ ਕਰ ਦਿੰਦਾ ਹੈ। ਹਮੇਸ਼ਾ ਚੰਗੀ ਸੰਗਤ ਕਰੀਏ। ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਛੋਟੀ ਉਮਰੇ ਆਪਣੇ ਬੱਚਿਆਂ ਨੂੰ ਕਿੰਨਾ ਦ੍ਰਿੜ ਉਹਨਾਂ ਦਾ ਵਿਸ਼ਵਾਸ ਬਣਾ ਦਿੱਤਾ, ਕਿੰਨਾ ਉਹਨਾਂ ਨੂੰ ਮਜ਼ਬੂਤ ਕਰ ਦਿੱਤਾ। ਆਪਾਂ ਤੇ ਛੋਟੇ ਛੋਟੇ ਲਾਲਤਾਂ ਦੇ ਵਿੱਚ ਆ ਕੇ ਡੋਲ ਜਾਂਦੇ ਆ ਪਿਆਰਿਓ। ਆ ਵੇਖਦੇ ਆ ਨਾ, ਹੁਣ ਆ ਇਲੈਕਸ਼ਨ ਆਉਣੇ ਆ, ਦੇਖਿਓ ਕਿੰਨਾ ਕੋਈ ਕਿਸੇ ਪਾਰਟੀ ਵਿੱਚ ਜਾ ਕੇ ਸ਼ਾਮਲ ਹੁੰਦਾ, ਕੋਈ ਕਿਸੇ ਪਾਰਟੀ ਵਿੱਚ ਜਾ ਕੇ। ਇਹ ਲਾਲਚ ਹੀ ਹੈ, ਕਿਸੇ ਨੂੰ ਕੁਰਸੀ ਦਾ ਲਾਲਚ ਹੈ, ਕੋਈ ਪੈਸਿਆਂ ਪਿੱਛੇ ਫਿਰਦਾ ਭੱਜਿਆ। ਤੇ ਸਾਧ ਸੰਗਤ ਧੰਨ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰੀਏ। ਹੁਣ ਆ ਦਸੰਬਰ ਦਾ ਮਹੀਨਾ ਤੇ ਪੋਹ ਚੜ੍ਹਨ ਵਾਲਾ, ਪੋਹ ਦਾ ਮਹੀਨਾ ਗੁਰੂ ਤੇ ਕਲਗੀਧਰ ਪਾਤਸ਼ਾਹ ਦਾ ਸ਼ਹਾਦਤ ਭਰਿਆ ਮਹੀਨਾ ਹੈ। ਛੋਟੀ ਉਮਰ ਸੀ ਜਦੋਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਮਾਤਾ ਜਿਹੜੀ ਸੀ ਜੀਤਾ, ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਹਿੰਦੇ ਛੋਟੇ ਬੱਚਿਆਂ ਨੂੰ ਜਦੋਂ ਜਾਣ ਦਾ ਸਮਾਂ ਆਇਆ ਨਾ, ਧੰਨ ਮਾਤਾ ਗੁਜਰ ਕੌਰ ਜੀ ਨੂੰ ਆ ਕੇ ਕਹਿਣ ਲੱਗੀ, ਮਾਂ ਮੇਰਾ ਹੁਣ ਸਮਾਂ ਆ ਗਿਆ ਜਾਣ ਦਾ, ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ। ਮੈਂ ਇਹ ਛੋਟੇ ਤੁਹਾਡੀ ਝੋਲੀ ਵਿੱਚ ਪਾ ਕੇ ਚੱਲੀ ਹਾਂ, ਵੱਡੇ ਤੇ ਹੁਣ ਹੁਸ਼ਿਆਰ ਹੋ ਗਏ ਐ, ਇਹਨਾਂ ਛੋਟਿਆਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਮਾਤਾ। ਧੰਨ ਮਾਤਾ ਗੁਜਰ ਕੌਰ ਜੀ ਨੇ ਬੜਾ ਖਿਆਲ ਰੱਖਿਆ। ਤੇ ਸਾਧ ਸੰਗਤ ਉਹ ਸਮਾਂ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਣਾ, ਪਰਿਵਾਰ ਦਾ ਵਿਛੋੜਾ ਪੈਣਾ, ਇਹ ਹੁਣ ਦਿਨ ਆਉਣੇ ਆ ਨਾ ਅੱਗੇ। ਝਾਤ ਮਾਰ ਕੇ ਵੇਖੀਓ ਕਿਹੋ ਜਿਹਾ ਸਮਾਂ ਹੋਏਗਾ। ਸਾਨੂੰ ਆਪਣਾ ਸਪੁੱਤਰ 1 ਘੰਟਾ ਦੇ ਵੇਖੇ ਆਪਾਂ ਨੂੰ ਨੇਰ ਪੈ ਜਾਂਦਾ ਹੈ। ਧੰਨ ਸਨ ਕਲਗੀਧਰ ਪਾਤਸ਼ਾਹ, ਜਿਨ੍ਹਾਂ ਦੇ ਜਾਣ ਤੋਂ ਪਿਆਰੇ ਮਾਂ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਜੋ ਸਰਸਾ ਦੇ ਕਿਨਾਰੇ ਤੇ ਆ ਕੇ ਪਰਿਵਾਰ ਵਿਛੋੜਾ ਪੈ ਜਾਂਦਾ ਹੈ। ਜਿਗਰਾ ਸੀ ਕਲਗੀਧਰ ਦਾ, ਜਿਗਰਾ ਵੀ ਐਡਾ ਕਿ ਜੰਗ ਵਿੱਚ ਸ਼ਹੀਦੀ ਪਾਉਣ ਵਾਸਤੇ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਵਾਸਤੇ ਮਹਾਰਾਜ ਆਪ ਤੋਰਦੇ ਆ। ਜਦੋਂ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਆ ਨਾ ਸੰਗਤੇ, ਸੱਚੇ ਪਾਤਸ਼ਾਹ ਗੜੀ ਤੇ ਖੜੇ ਜਕਾਰੇ ਛੱਡਦੇ। ਬਾਬਾ ਜੁਝਾਰ ਸਿੰਘ ਨੇ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀਰ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ, ਮੈਨੂੰ ਵੀ ਆਗਿਆ ਦਿਓ। ਮਹਾਰਾਜ ਕਹਿੰਦੇ, ਬਾਹ ਜੁਝਾਰ ਸਿਆਂ, ਮੈਂ ਵੀ ਇਹੀ ਸੋਚਦਾ ਸਾਂ ਕਿ ਵੇਖਦੇ ਆ ਜੁਝਾਰ ਸਿੰਘ ਕਿਤੇ ਡੋਲ ਤਾਂ ਨਹੀਂ ਗਿਆ ਆਪਣੇ ਵੀਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ। ਤੇਰੀ ਬਹਾਦਰੀ ਤੇ ਮੈਨੂੰ ਮਾਣ ਹੈ ਪੁੱਤਰਾ, ਥਾਪੜਾ ਦੇ ਦਿੱਤਾ ਕਲਗੀਧਰ ਪਾਤਸ਼ਾਹ ਨੇ। ਜਾਓ, ਜਿਹੜੇ ਸਿੰਘ ਸਨ ਨਾ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ, ਪਹਿਰੇ ਤੇ ਖੜਾ ਸੀ ਭਾਈ ਜੀਵਨ ਸਿੰਘ ਗੇਟ ਤੇ। ਜਦੋਂ ਜੁਝਾਰ ਸਿੰਘ ਘੋੜੇ ਤੇ ਸਵਾਰ ਹੋ ਕੇ ਆਏ ਤੇ ਸਾਧ ਸੰਗਤ ਭਾਈ ਜੀਵਨ ਸਿੰਘ ਨੇ ਦਰਵਾਜ਼ਾ ਨਾ ਖੋਲ੍ਹਿਆ। ਜੁਝਾਰ ਸਿੰਘ ਕਹਿੰਦੇ, ਜੀਵਨ ਸਿੰਘ ਜੀ ਪਿਤਾ ਜੀ ਦਾ ਹੁਕਮ ਹੈ, ਦਰਵਾਜ਼ਾ ਖੋਲ੍ਹੋ। ਉਹ ਕਹਿੰਦੇ, ਜੁਝਾਰ ਸਿੰਘ ਮੈਂ ਦਰਵਾਜ਼ਾ ਨਹੀਂ ਖੋਲ੍ਹ ਸਕਦਾ, ਮੈਂ ਮਜਬੂਰ ਹਾਂ। ਜੁਝਾਰ ਸਿੰਘ ਕਹਿੰਦਾ, ਤੇਰੀ ਕਿਹੜੀ ਮਜਬੂਰੀ ਹੈ? ਮੈਂ ਪਿਤਾ ਜੀ ਤੋਂ ਆਗਿਆ ਲੈ ਕੇ ਆਇਆ, ਇਦੋਂ ਵੱਡੀ ਹੋਰ ਕਿਹੜੀ ਤੈਨੂੰ ਮੈਂ ਸਫਾਈ ਦੇਵਾਂ? ਦਰਵਾਜ਼ਾ ਨਹੀਂ ਖੋਲ੍ਹਿਆ। ਤੇ ਸਾਧ ਸੰਗਤ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਦੇ ਕੋਲ ਜਾਂਦਾ। ਜੁਝਾਰ ਸਿੰਘ, ਪਿਤਾ ਜੀ ਦਰਵਾਜ਼ਾ ਨਹੀਂ ਖੋਲ੍ਹ ਰਹੇ।
ਧੰਨ ਕਲਗੀਧਰ ਪਾਤਸ਼ਾਹ ਆਏ, ਭਾਈ ਜੀਵਨ ਸਿੰਘ ਵਰਗਿਆਂ ਨੂੰ ਆਖਿਆ ਕਿ ਜੁਝਾਰ ਸਿੰਘ ਨੂੰ ਜਾਣ ਦਿਓ। ਤੇ ਸਾਧ ਸੰਗਤ ਕਹਿੰਦੇ ਸਿੰਘਾਂ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਹੈ ਤੇ ਛੋਟਿਆਂ ਦਾ ਪਤਾ ਨਹੀਂ, ਨਾ ਮਾਤਾ ਗੁਜਰ ਕੌਰ ਦਾ ਪਤਾ ਹੈ, ਨਾ ਮਾਤਾਵਾਂ ਦਾ ਪਤਾ ਹੈ, ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰੀ ਜੀ, ਨਾ ਉਹਨਾਂ ਦਾ ਪਤਾ ਵੀ ਕਿੱਧਰ ਨੂੰ ਗਏ ਹੈ। ਮਹਾਰਾਜ ਪੁੱਤਰਾਂ ਕਰਕੇ ਨਿਸ਼ਾਨ ਰਹਿੰਦਾ ਦੁਨੀਆ ਤੇ। ਸੱਚੇ ਪਾਤਸ਼ਾਹ ਇੱਕੋ ਨਿਸ਼ਾਨੀ ਆ, ਇਹਨੂੰ ਸੰਭਾਲ ਲਓ। ਕਲਗੀਧਰ ਪਾਤਸ਼ਾਹ ਨੇ ਆਖਿਆ, ਕਹਿੰਦੇ ਜੀਵਨ ਸਿਆ ਇਹ ਮੋਹ ਦੀਆਂ ਤੰਦਾਂ ਵਿੱਚ ਨਾ ਪਰੋ, ਜੁਝਾਰ ਸਿੰਘ ਨੂੰ ਜਾਣ ਦਿਓ। ਤੁਸੀਂ ਮੇਰੇ ਸਾਰੇ ਪੁੱਤਰ ਹੋ, ਸਾਰੇ ਮੇਰੇ ਪੁੱਤਰ ਹੋ। ਮੈਨੂੰ ਇਹ ਜ਼ਿਆਦਾ ਨਹੀਂ ਵੀ ਅਜੀਤ ਸਿੰਘ ਤੇ ਜੁਝਾਰ ਸਿੰਘ ਜ਼ਿਆਦਾ ਨੇ, ਨਹੀਂ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪਿਆਰ ਕਰਦਾ, ਤੁਸੀਂ ਸਾਰੇ ਮੇਰੇ ਪੁੱਤਰ ਹੋ, ਜਾਣ ਦਿਓ। ਤੇ ਸਾਧ ਸੰਗਤ ਫਿਰ ਗੜੀ ਤੇ ਚੜ ਜਾਂਦੇ ਆ। ਮਹਾਰਾਜ ਜਦੋਂ ਦਰਵਾਜ਼ਾ ਖੁੱਲਦਾ ਹੈ, ਜਿਵੇਂ ਤੀਰ ਨਿਕਲਦਾ ਨਾ ਕਮਾਨ ਵਿੱਚੋਂ, ਜੁਝਾਰ ਸਿੰਘ ਕਹਿੰਦੇ ਚਮਕੌਰ ਦੀ ਗੜੀ ਵਿੱਚੋਂ ਐ ਨਿਕਲਦਾ ਹੈ, ਔਰ ਜੰਗ ਦੇ ਮੈਦਾਨ ਵਿੱਚ ਜੂਝ ਕੇ ਬੈਰੀਆਂ ਦਾ ਟਾਕਰਾ ਕਰਦਾ ਹੋਇਆ ਜੁਝਾਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਤੇ ਆਪਣੇ ਪਿਆਰੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਫਿਰ ਕਲਗੀਧਰ ਪਾਤਸ਼ਾਹ ਉੱਚੀ ਉੱਚੀ ਜਕਾਰੇ ਛੱਡਦੇ ਆ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਪਿਆਰਿਓ ਛੱਡੇ ਸੀ ਜਕਾਰੇ ਗੁਰਾਂ ਨੇ, ਸੰਗਤੇ ਛੱਡੇ ਸੀ ਜਕਾਰੇ ਗੁਰਾਂ ਨੇ। ਪਿਆਰੇ ਜੀ 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 ਛੱਡੇ ਸੀ ਜਕਾਰੇ ਗੁਰਾਂ ਨੇ। ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ, ਸ਼ਹੀਦ ਹੁੰਦਿਆਂ ਵੇਖ ਕੇ, ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਕਲਗੀਧਰ ਪਾਤਸ਼ਾਹ ਜਕਾਰੇ ਛੱਡਦੇ ਆਪਣੇ ਲਾਲਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ। ਸੀ ਨਾ ਜਿਗਰਾ ਕਲਗੀਧਰ ਪਾਤਸ਼ਾਹ ਦਾ। ਤੇ ਸਾਧ ਸੰਗਤ ਇੱਧਰ ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਆਪਣੇ ਛੋਟੇ ਬੱਚਿਆਂ ਦੇ ਅੰਦਰ
ਸਿੱਖੀ ਦਾ ਸਪਿਰਿਟ ਜਿਹੜਾ ਸੀ ਕੁੱਟ-ਕੁੱਟ ਕੇ ਭਰਿਆ ਹੋਇਆ। ਉਹ ਸਮਾਂ ਜਦੋਂ ਸਰਹੰਦ ਦੇ ਸੂਬੇ ਦੀ ਕਚਹਿਰੀ ਵਿੱਚ ਪੇਸ਼ੀ ਹੁੰਦੀ ਹੈ, 7 ਤੇ 9 ਸਾਲ ਦੀ ਆਵਲਾ ਬੜੇ ਵੱਡੇ ਵੱਡੇ ਲਾਲਚ ਦਿੱਤੇ ਗਏ। ਆਪਾਂ ਗੱਲ ਕਰਦੇ ਸੀ ਨਾ ਲਾਲਚਾਂ ਦੀ, ਵੀ ਆਪਾਂ ਤੇ ਡੋਲ ਜਾਂਦੇ ਆ ਲਾਲਚਾਂ ਦੇ ਅੱਗੇ ਆ ਕੇ, ਪਰ ਉਹ ਛੋਟੇ ਛੋਟੇ ਬੱਚੇ ਸਨ। ਸੂਬੇ ਨੇ ਬੜੇ ਲਾਲਚ ਦਿੱਤੇ, ਜਗੀਰਾਂ ਦੇ ਲਾਲਚ, ਬੇਗਮਾਂ ਦੇ ਲਾਲਚ, ਰਾਜ ਭਾਗ ਦੇ ਲਾਲਚ, ਪਰ ਸਾਰੇ ਲਾਲਚਾਂ ਨੂੰ ਠੁਕਰਾ ਕੇ ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਦਾ ਉਹ ਕਹਿਣਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਮਰਨਾ ਕਬੂਲ ਕੀਤਾ। ਫਤਵਾ ਸੁਣਾਇਆ ਸੀ ਨਾ ਕਾਜੀ ਨੇ, ਜਦੋਂ ਸਾਹਿਬਜ਼ਾਦੇ ਨਾ ਮੰਨੇ 3 ਦਿਨ ਕਚਹਿਰੀ ਲੱਗਦੀ ਰਹੀ ਤੇ ਸਾਧ ਸੰਗਤ ਫਿਰ ਅਖੀਰਲੇ ਦਿਨ ਫਤਵਾ ਲਾ ਦਿੱਤਾ ਵੀ ਜੇ ਇਹ ਨਹੀਂ ਮੰਨਦੇ ਤਾਂ ਇਹਨਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣ ਦਿੱਤਾ ਜਾਏ। ਫਿਰ ਵੀ ਡੋਲੇ ਨਹੀਂ। ਆਪਾਂ ਤੇ ਮੌਤ ਤੋਂ ਘਬਰਾ ਜਾਂਦੇ ਆ ਪਿਆਰਿਓ, ਆਪਾਂ ਤੇ ਮੌਤ ਦੇ ਨਾਮ ਤੋਂ ਹੀ ਡਰ ਲੱਗਦਾ ਹੈ। ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਦਿਖ ਰਹੀ ਸੀ ਮੌਤ, ਪਰ ਫਿਰ ਵੀ ਡੋਲੇ ਨਹੀਂ, ਨਾ ਘਬਰਾਏ। ਔਰ ਧੰਨ ਮਾਤਾ ਗੁਜਰ ਕੌਰ ਜੀ ਕੋਲ ਜੋ ਠੰਡੇ ਬੁਰਜ ਦੇ ਵਿੱਚ ਬੈਠੇ ਸਨ, ਉਡੀਕ ਰਹੀ ਹੈ ਮਾਂ। ਹਾਲ ਪੁੱਛਿਆ ਸਾਹਿਬਜ਼ਾਦਿਆਂ ਦਾ, ਬੱਚੋ ਕੀ ਹਾਲ ਹੈ, ਕੀ ਹੋਇਆ ਕਚਹਿਰੀ ਵਿੱਚ? ਨਾਲੇ ਤੇ ਹੱਸਦੇ ਆ ਨਾਲੇ ਦੱਸਦੇ ਆ, ਮਾਂ ਅਸੀਂ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਸਾਨੂੰ ਬੜੇ ਲਾਲਚ ਦਿੱਤੇ ਗਏ, ਬੇਗਮਾਂ ਦੇ ਲਾਲਚ, ਰਾਜ ਭਾਗ ਦੇ ਲਾਲਚ, ਮੋਹਰਾਂ ਦਾ ਲਾਲਚ, ਅਸੀਂ ਸਾਰੇ ਲਾਲਚ ਠੁਕਰਾ ਕੇ ਲਾੜੀ ਮੌਤ ਦੇ ਨਾਲ ਵਿਆਹ ਕਰਾਉਣ ਦਾ ਦ੍ਰਿੜ ਪੱਕਾ ਇਰਾਦਾ ਕਰ ਲਿਆ। ਅਸੀਂ ਵਾਅਦਾ ਕਰਕੇ ਆਏ ਆ ਕਿ ਜੇ ਸਾਡਾ ਹੁਣ ਵਿਆਹ ਹੋਣਾ ਤੇ ਲਾੜੀ ਮੌਤ ਨਾਲ ਹੋਣਾ। ਧੰਨ ਮਾਤਾ ਗੁਜਰ ਕੌਰ ਛਾਤੀ ਨਾਲ ਲਾਇਆ ਆਪਣੇ ਬੱਚਿਆਂ ਨੂੰ। ਸਾਰੀ ਰਾਤ ਧੰਨ ਮਾਤਾ ਗੁਜਰ ਕੌਰ ਜੀ ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਲੈ ਕੇ ਬੈਠੇ ਰਹੇ। ਤੇ ਸਾਧ ਸੰਗਤ ਜਦੋਂ ਫਿਰ 13 ਪੋਹ ਵਾਲਾ ਦਿਨ ਚੜ੍ਹਿਆ ਨਾ ਪਿਆਰਿਓ, ਧੰਨ ਮਾਤਾ ਗੁਜਰ ਕੌਰ ਜੀ ਨੇ ਆਪਣੇ